ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤਾਂ ਐਸਵੀਐਲ ਇੰਸਟੀਚਿਊਟ ਦੇ ਚੈਨਲ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਤਾਂ ਕਰੰਟ ਅਫੇਅਰ ਦੀ ਸੀਰੀਜ਼ ਆਪਾਂ ਨੇ ਸਟਾਰਟ ਕੀਤੀ ਸੀ, ਤਾਂ ਉਸੇ ਨੂੰ ਕੰਟੀਨਿਊ ਕਰਦੇ ਹੋਏ ਆਪਾਂ ਤੁਹਾਡੇ ਐਗਜ਼ਾਮ ਲਈ 2-3 ਕਲਾਸਾਂ ਹੋਰ ਲੈ ਕੇ ਆ ਰਹੇ ਹਾਂ। ਤਾਂ ਹੁਣ ਤੱਕ ਆਪਾਂ ਜਿਹੜੇ ਚੈਨਲ 'ਤੇ ਪਹਿਲੀ ਵਾਰੀ ਆਏ ਨੇ ਉਹਨਾਂ ਨੂੰ ਦੱਸ ਦਈਏ ਵੀ ਹੁਣ ਤੱਕ ਕਰੰਟ ਅਫੇਅਰ ਦੀਆਂ ਅਸੀਂ 27 ਕਲਾਸਾਂ ਅਪਲੋਡ ਕਰ ਚੁੱਕੇ ਹਾਂ। ਤਾਂ ਤੁਸੀਂ ਉਹ 27 ਕਲਾਸਾਂ ਜ਼ਰੂਰ ਦੇਖਿਓ, ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਬੈਨੀਫਿਟ ਆ ਉਹ ਕਲਾਸਾਂ ਤੋਂ ਦੇਖਣ ਨੂੰ ਮਿਲੂਗਾ। ਜੇ ਤੁਸੀਂ ਤੁਹਾਡੇ ਕੋਲ ਟਾਈਮ ਘੱਟ ਹੈ ਤਾਂ ਤੁਸੀਂ ਰਿਵਰਸ ਦੇ ਵਿੱਚ ਸਟਾਰਟ ਕਰ ਲਿਓ, ਜਿਵੇਂ ਪਹਿਲਾਂ 27ਵੀਂ ਕਲਾਸ ਦੇਖਿਓ, ਫਿਰ 26ਵੀਂ, ਫਿਰ 25ਵੀਂ, ਫਿਰ 24ਵੀਂ, ਇਸ ਤਰ੍ਹਾਂ ਵੀ ਦੇਖ ਸਕਦੇ ਹੋ। ਜੇ ਉਸ ਤੋਂ ਵੀ ਘੱਟ ਟਾਈਮ ਹੈ ਤਾਂ ਤੁਸੀਂ ਸਿਰਫ ਸਾਡੇ ਜਿਹੜੇ ਨੋਟਸ ਨੇ ਉਹ ਰੀਡ ਕਰ ਸਕਦੇ ਹੋ। ਸਾਡੇ ਨੋਟਸ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਣਗੇ। ਐਸਵੀਐਲ ਇੰਸਟੀਚਿਊਟ ਨਾਮ ਦਾ ਟੈਲੀਗ੍ਰਾਮ ਚੈਨਲ ਹੈ ਆਪਣਾ, ਉਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ। ਜੇ ਤੁਹਾਨੂੰ ਲਿੰਕ ਤੋਂ ਵੀ ਨਾ ਮਿਲਿਆ ਤੁਸੀਂ ਸਰਚ ਕਰਕੇ ਚੈਨਲ ਨੂੰ ਈਜ਼ੀਲੀ ਲੱਭ ਸਕਦੇ ਹੋ। ਕਲੀਅਰ? ਚਲੋ, ਤਾਂ ਹੁਣ ਆਪਾਂ ਆਪਣੀ ਜਿਹੜੀ ਕਲਾਸ ਹੈ ਇਹਨੂੰ ਸਟਾਰਟ ਕਰ ਦਿਆਂਗੇ। ਸਭ ਤੋਂ ਪਹਿਲੀ ਨਿਊਜ਼ ਹੈ ਜੀ ਆਪਰੇਸ਼ਨ ਦੋਸਤ। ਠੀਕ ਹੈ, ਕਾਫੀ ਇੰਪੋਰਟੈਂਟ ਹੈ। ਉਹ ਪੁੱਛੂਗਾ ਜਿਹੜਾ ਆਪਰੇਸ਼ਨ ਦੋਸਤ ਹੈ ਇਹ ਕਿਹਦੇ ਦੁਆਰਾ ਲਾਂਚ ਕੀਤਾ ਗਿਆ ਅਤੇ ਕਾਹਦੇ ਲਈ ਲਾਂਚ ਕੀਤਾ ਗਿਆ। ਯਾਦ ਰੱਖਿਓ, ਇਹ ਇੰਡੀਅਨ ਆਰਮੀ ਅਤੇ NDRF ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਅਤੇ ਇੰਡੀਅਨ ਆਰਮੀ ਦੁਆਰਾ ਇਹ ਲਾਂਚ ਕੀਤਾ ਗਿਆ। ਕਾਹਦੇ ਵਾਸਤੇ ਆਪਾਂ ਨੇ ਰਿਲੀਫ ਪ੍ਰੋਵਾਈਡ ਕੀਤੀ ਹੈ, ਮਤਲਬ ਸਹਾਇਤਾ ਕੀਤੀ ਹੈ ਜਿਹੜੇ ਸੀਰੀਆ ਅਤੇ ਟਰਕੀ ਦੇ ਵਿੱਚ ਅਰਥਕੁਏਕ ਆਇਆ ਸੀ, ਜਿਹੜੇ ਉਹਦੇ ਵਿਕਟਮ ਸੀ। ਠੀਕ ਹੈ, ਮਤਲਬ ਸੀਰੀਆ ਅਤੇ ਟਰਕੀ ਦੇ ਵਿੱਚ ਬਹੁਤ ਖਤਰਨਾਕ ਜਿਹੜੇ ਅਰਥਕੁਏਕ ਆਏ ਸੀ, ਜਿਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਤਾਂ ਉਹਦੇ ਲਈ ਆਪਾਂ ਨੇ ਇੱਕ ਤਰ੍ਹਾਂ ਦਾ ਹੈਲਪ ਲਈ ਆਪਰੇਸ਼ਨ ਦੋਸਤ ਸ਼ੁਰੂ ਕੀਤਾ ਇੰਡੀਅਨ ਆਰਮੀ ਅਤੇ NDRF ਨੇ। ਠੀਕ ਹੈ, ਇੰਪੋਰਟੈਂਟ ਨਿਊਜ਼ ਹੈ, ਤਾਂ ਯਾਦ ਰੱਖਿਓ ਸੀਰੀਆ ਅਤੇ ਟਰਕੀ ਅਰਥਕੁਏਕ ਲਈ ਅਤੇ ਇੰਡੀਅਨ ਆਰਮੀ ਅਤੇ NDRF ਦਾ। ਨੈਕਸਟ ਆ ਗਿਆ ਆਪਣੇ ਕੋਲ ਗਲੋਬਲ ਕੁਆਲਿਟੀ ਇਨਫਰਾਸਟਰਕਚਰ ਇੰਡੈਕਸ। ਸਭ ਤੋਂ ਪਹਿਲਾਂ ਜਦੋਂ ਵੀ ਕੋਈ ਇੰਡੈਕਸ ਹੁੰਦਾ ਉਹ ਕਿਹਨੇ ਰਿਲੀਜ਼ ਕੀਤਾ, ਇੰਡੀਆ ਦਾ ਰੈਂਕ ਕਿੰਨਾ ਅਤੇ ਟੌਪ 'ਤੇ ਕੌਣ ਹੈ। ਹੁਣ ਦੇਖੋ ਉਰੇ ਕੁਆਲਿਟੀ ਦੀ ਗੱਲ ਹੋ ਰਹੀ ਹੈ, ਤਾਂ ਜੇ ਮੰਨ ਕੇ ਚਲੋ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੈਗੇ ਹੈ ਨਾ, ਤਾਂ ਜਿਹੜਾ ਆਪਣਾ ਪਾਰਟਨਰ ਹੈ ਉਹ ਵਧੀਆ ਕੁਆਲਿਟੀ ਹੋਵੇ ਉਹਦੇ ਵਿੱਚ। ਠੀਕ ਹੈ, ਆਪਾਂ ਉਹ ਫਿਰ ਹੀ ਬਿਜ਼ਨਸ ਰਨ ਕਰ ਸਕਦੇ ਹਾਂ ਹੈ ਨਾ, ਮਤਲਬ ਵੀ ਉਹ 'ਤੇ ਵਧੀਆ ਸਕਿੱਲਸ ਹੋਣ। ਆਪਾਂ ਕਹਿ ਸਕਦੇ ਹਾਂ ਵੀ ਕੁਆਲਿਟੀ ਤੋਂ ਆਪਾਂ ਪਾਰਟਨਰ ਨੂੰ ਰਿਲੇਟ ਕਰ ਲਾਂਗੇ। ਠੀਕ ਹੈ, ਵੀ ਮੀਜ਼ੋ ਪਾਰਟਨਰ ਅਤੇ ਐਨਾਲਿਟ ਵੀ ਮਤਲਬ ਆਪਾਂ ਐਨਾਲਿਸਿਸ ਕਰਦੇ ਹਾਂ ਵੀ ਜੇ ਕੋਈ ਵੀ ਆਪਾਂ ਪਾਰਟਨਰ ਵੀ ਬਿਜ਼ਨਸ ਸ਼ੁਰੂ ਕਰਨਾ ਵੀ ਬਿਜ਼ਨਸ 'ਚ ਆਪਾਂ ਕਿਹੜਾ ਪਾਰਟਨਰ ਖਾਏ, ਆਪਾਂ ਪਹਿਲਾਂ ਉਹਦਾ ਐਨਾਲਿਸਿਸ ਕਰਦੇ ਹਾਂਗੇ ਵੀ ਯਾਰ ਬੰਦੇ ਦਾ ਸੁਭਾਅ ਕਿਹੋ ਜਿਹਾ, ਕੱਲ੍ਹ ਨੂੰ ਵੀ ਆਪਣੇ ਨਾਲ ਆਪਣੀ ਨਿਭ ਜੂਗੀ ਜੇ ਹੈ ਨਾ। ਸਿਰਫ ਯਾਦ ਕਰਨ ਦਾ ਤਰੀਕਾ ਹੈ, ਤਾਂ ਇੰਨਾ ਕੁ ਆਪਾਂ ਨੇ ਗੱਲਾਂ ਬਾਤਾਂ ਕਰ ਲਈਆਂ ਤਾਂ ਤੁਹਾਡੇ ਸ਼ਾਇਦ ਯਾਦ ਰਹਿ ਹੀ ਜਾਊਗਾ। ਤਾਂ ਗਲੋਬਲ ਕੁਆਲਿਟੀ ਇਨਫਰਾਸਟਰਕਚਰ ਇੰਡੈਕਸ, ਇਨਫਰਾਸਟਰਕਚਰ ਹੈਗੇ। ਇਨਫਰਾਸਟਰਕਚਰ ਆਪਾਂ ਦੇਖ ਲਓ ਵੀ ਮੰਨ ਕੇ ਚਲੋ ਵੀ ਆਪਾਂ ਨੇ ਕੋਈ ਵੀ ਬਿਜ਼ਨਸ ਸ਼ੁਰੂ ਕੀਤਾ ਤਾਂ ਉੱਥੇ ਇਨਫਰਾਸਟਰਕਚਰ ਲੱਗੂਗਾ, ਤਾਂ ਉੱਥੋਂ ਪਾਰਟਨਰ ਐਨਾਲਿਸਿਸ ਇਹ ਤੋਂ ਰਿਲੇਟ ਕਰਕੇ ਯਾਦ ਹੋ ਜਾਊਗਾ। ਇਹਦੇ ਵਿੱਚ ਟੌਪ ਕੀਤਾ ਕਿਹਨੇ, ਜਰਮਨੀ ਨੇ। ਤਾਂ ਮਤਲਬ ਇਹਨੂੰ ਐਂ ਯਾਦ ਕਰ ਲਓ ਵੀ ਮੈਨੀ, ਤਾਂ ਜੇ ਮੈਨੀ ਪਾਰਟਨਰ ਇਕੱਠੇ ਹੋਣਗੇ ਤਾਂ ਮਤਲਬ ਵਰਕ ਵਧੀਆ ਹੋਊਗਾ, ਤਾਂ ਜੇ ਟੌਪ ਕਰ ਲੈਣਗੇ। ਠੀਕ ਹੈ, ਤਾਂ ਜਰਮਨੀ। ਠੀਕ ਹੈ, ਅਤੇ ਇੰਡੀਆ ਦਾ ਰੈਂਕ ਕਿੰਨਾ, 5ਵਾਂ। ਇੰਡੀਆ ਰੈਂਕ ਕਿੰਨਾ, 5ਵਾਂ। ਤਾਂ ਗਲੋਬਲ ਕੁਆਲਿਟੀ ਇਨਫਰਾਸਟਰਕਚਰ ਇੰਡੈਕਸ ਰਿਲੀਜ਼ਡ ਬਾਏ ਮੀਜ਼ੋ ਪਾਰਟਨਰ ਅਤੇ ਐਨਾਲਿਟਿਕਰ। ਇੰਡੀਆ ਦਾ ਰੈਂਕ 5ਵਾਂ ਅਤੇ ਟੌਪ ਕੀਤਾ ਜਰਮਨੀ ਨੇ। ਤਾਂ ਆਪਾਂ 2-3 ਇੰਡੈਕਸ ਉਰੇ ਇਕੱਠੇ ਲਿਖ ਲਏ। ਅੱਧੇ ਪੁਰਾਣੇ ਇੰਡੈਕਸ ਵੀ ਜਿਹੜੇ ਇੰਪੋਰਟੈਂਟ ਸੀ ਉਹ ਵੀ ਆਪਾਂ ਰਿਵਾਈਜ਼ ਕਰਾਂਗੇ। ਉਹ ਕਾਹ ਤੋਂ, ਕਿਉਂਕਿ ਜਿਨ੍ਹਾਂ ਦੇ ਕੋਈ 'ਚ 47ਵਾਂ ਰੈਂਕ ਹੈ, ਜਿਵੇਂ ਇਹ 'ਚ 42ਵਾਂ ਹੈ, ਇਹ 'ਚ 40ਵਾਂ ਹੈ, ਇਹ 'ਚ 41ਵਾਂ, ਉਹ ਜਿਨ੍ਹਾਂ ਦਾ ਰੈਂਕ ਇਕੱਠੇ ਸੀ ਉਹ ਮੈਂ ਦੁਬਾਰੇ ਤੁਹਾਨੂੰ ਰਿਵਾਈਜ਼ ਕਰਨ ਲਈ ਉਰੇ ਲਿਖਤੇ। ਠੀਕ ਹੈ, ਅਗਲਾ ਆ ਗਿਆ ਆਪਣੇ ਕੋਲ STRI ਸਰਵਿਸਿਜ਼ ਐਂਡ ਟ੍ਰੇਡ ਰਿਸਟ੍ਰਿਕਟਿਵਨੈਸ ਇੰਡੈਕਸ। ਠੀਕ ਹੈ, ਇਹ ਰਿਲੀਜ਼ ਕਰਦਾ ਕੌਣ, OECD ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ। ਇਹਦਾ ਮਤਲਬ ਹੈ ਵੀ ਸਰਵਿਸਿਜ਼ ਦੇ ਵਿੱਚ ਕਿੰਨੀ ਕੁ ਰਿਸਟ੍ਰਿਕਟਨੈਸ ਹੈ। ਠੀਕ ਹੈ, ਵੀ ਕਿੰਨਾ, ਜਿਵੇਂ ਹੁਣ ਮੰਨ ਕੇ ਚਲੋ ਟੀਚਿੰਗ ਪ੍ਰੋਵਾਈਡ ਕਰ ਰਹੇ, ਇਹ ਵੀ ਇੱਕ ਸਰਵਿਸ ਹੈ। ਠੀਕ ਹੈ, ਕਿਸੇ ਦੀ ਕੋਈ ਕੈਫੇ ਦੀ ਸ਼ਾਪ ਹੈ, ਉਹ ਵੀ ਇੱਕ ਸਰਵਿਸ ਹੈ। ਵੀ ਕਿੰਨੀ ਕੁ ਰਿਸਟ੍ਰਿਕਟਨੈਸ ਹੈ, ਕਿੰਨੇ ਕੁ ਉਹਨੂੰ ਫਾਰਮੈਲਿਟੀਜ਼ ਨੇ ਜੇ ਉਹ। ਠੀਕ ਹੈ, ਉਹਦੇ ਉੱਪਰ ਹੈ। ਤਾਂ ਇਹ ਇੰਡੈਕਸ ਕਿਹਦੇ ਦੁਆਰਾ ਰਿਲੀਜ਼ ਕੀਤਾ ਜਾਂਦਾ, OECD ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ। ਇਹਦੇ ਵਿੱਚ ਇੰਡੀਆ ਦਾ ਰੈਂਕ ਯਾਦ ਰੱਖਿਓ ਜੀ, ਕਿੰਨਾ, 47ਵਾਂ। ਇੰਡੀਆ ਦਾ ਰੈਂਕ ਕਿੰਨਾ, 47ਵਾਂ। ਅਤੇ ਪਹਿਲੇ 'ਤੇ ਕੌਣ ਹੈ, ਜਾਪਾਨ। ਤਾਂ ਸਭ ਤੋਂ ਵਧੀਆ ਜਿਹੜਾ ਸਰਵਿਸਿਜ਼ ਦੇ ਵਿੱਚ ਰੈਂਕ ਹੈ ਜਾਪਾਨ ਦਾ, ਇੰਡੀਆ ਦਾ 47ਵਾਂ। ਇਹਨੂੰ ਯਾਦ ਕਰ ਲਿਓ। ਅਗਲਾ ਆ ਗਿਆ ਇੰਟਲੈਕਚੁਅਲ ਪ੍ਰੋਪਰਟੀ ਇੰਡੈਕਸ। ਠੀਕ ਹੈ, ਵੈਰੀ ਇੰਪੋਰਟੈਂਟ। IP ਇੰਡੈਕਸ, ਇਹਨੂੰ IP ਇੰਡੈਕਸ ਵੀ ਕਹਿੰਦੇ। US ਚੈਂਬਰ ਆਫ ਕਮਰਸ ਇਹਨੂੰ ਰਿਲੀਜ਼ ਕਰਦਾ। ਠੀਕ ਹੈ, ਤਾਂ ਇਹਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਹੈ ਉਹ 42ਵਾਂ, ਕਿੰਨਿਆਂ ਚੋਂ, 55 ਦੇ ਵਿੱਚੋਂ। ਤਾਂ 55 ਦੇ ਵਿੱਚੋਂ ਆਪਣਾ ਜਿਹੜਾ ਰੈਂਕ ਹੈ ਉਹ 42ਵਾਂ। ਅਤੇ ਪਹਿਲੇ 'ਤੇ ਕੌਣ ਹੈ, ਯਾਦ ਰੱਖਿਓ, ਪਹਿਲੇ 'ਤੇ USA। ਠੀਕ ਹੈ,
ਤਾਂ ਦੇਖੋ ਇਹਨੂੰ ਮੈਂ ਮਤਲਬ ਨਾ ਜੇ ਕੋਈ ਇੰਡੈਕਸ ਜਿਹੜੀ ਆਰਗੇਨਾਈਜੇਸ਼ਨ ਰਿਲੀਜ਼ ਕਰਦੀ ਹੈ, ਜੇ ਆਪਾਂ ਨੂੰ ਉਹ ਤੋਂ ਟੌਪ ਕੰਟਰੀ ਯਾਦ ਹੁੰਦੀ ਹੈ ਤਾਂ ਕਰ ਲਿਆ ਕਰੋ। ਹੁਣ ਜਿਵੇਂ ਰਿਲੀਜ਼ ਕਿਹਨੇ ਕੀਤਾ, US ਚੈਂਬਰ ਆਫ ਕਮਰਸ ਨੇ, ਤਾਂ ਪਹਿਲੇ 'ਤੇ ਵੀ ਕੌਣ ਹੈ, USA। ਠੀਕ ਹੈ ਐਵੇਂ, ਕਿਉਂਕਿ ਦੇਖੋ ਵੈਸੇ ਤਾਂ ਸੌਖਾ ਹੀ ਹੈ ਨਾ, USA IP ਦੇ ਵਿੱਚ ਜ਼ਿਆਦਾਤਰ USA ਹੀ ਪਹਿਲੇ 'ਤੇ ਹੁੰਦਾ, ਪਰ ਫਿਰ ਵੀ ਜਿੰਨਾ ਕੁ ਆਪਾਂ ਕੋਲ ਕੋਈ ਟ੍ਰਿਕ ਲੱਗਦੀ ਹੈ ਤਾਂ ਉਹਨੂੰ ਯਾਦ ਕਰ ਲੈਣਾ ਸੌਖਾ ਹੋ ਜਾਂਦਾ। ਠੀਕ ਹੈ, ਤਾਂ ਜਿਵੇਂ ਉੱਪਰਲੇ 'ਚ ਆਪਾਂ ਨੇ ਕੋਈ ਟ੍ਰਿਕ ਨਹੀਂ ਲਾਈ, ਇਸ ਨੂੰ ਸਿੱਧਾ ਯਾਦ ਕਰਨਾ ਪਊਗਾ ਵੀ ਸਰਵਿਸਿਜ਼ ਦੇ ਵਿੱਚ ਜਾਪਾਨ ਟੌਪ 'ਤੇ, ਆਪਾਂ 47ਵੇਂ 'ਤੇ ਹੈ। ਇੰਟੈਲੈਕਚੁਅਲ ਪ੍ਰੋਪਰਟੀ ਦੇ ਵਿੱਚ ਆਪਾਂ 42ਵੇਂ 'ਤੇ, ਟੌਪ 'ਤੇ USA 'ਤੇ ਰਿਲੀਜ਼ ਕਰਦਾ US ਚੈਂਬਰ ਆਫ ਕਮਰਸ। ਅਗਲਾ ਮੋਸਟ ਇੰਪੋਰਟੈਂਟ ਇੰਡੈਕਸ ਹੈ ਗਲੋਬਲ ਇਨੋਵੇਸ਼ਨ ਇੰਡੈਕਸ। ਇਹ ਕੌਣ ਰਿਲੀਜ਼ ਕਰਦਾ, ਵਿਪੋ, ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ। ਦੇਖੋ ਵਿਪੋ ਦੇ ਜਿਹੜੇ ਹੈੱਡਕੁਆਟਰ ਨੇ ਉਹ ਜਨੇਵਾ 'ਚ ਨੇ। ਵਿਪੋ ਦੇ ਹੈੱਡਕੁਆਟਰ ਕਿੱਥੇ ਨੇ, ਜਨੇਵਾ। ਜਨੇਵਾ ਕਿੱਥੇ ਆ, ਸਵਿਟਜ਼ਰਲੈਂਡ ਦੇ ਵਿੱਚ। ਹੁਣ ਨਾ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਜਿਹੜੇ ਵਿਪੋ ਦੇ ਹੈੱਡਕੁਆਟਰ ਨੇ ਉਹ ਜਨੇਵਾ ਦੇ ਵਿੱਚ ਨੇ। ਜਿਹੜੀ ਜ਼ਿਆਦਾਤਰ 90% 99% ਹੀ ਲਾ ਲਓ, ਜਿਹੜੀ ਸ਼ੁਰੂ ਵਰਲਡ ਤੋਂ ਹੁੰਦੀ ਹੈ ਅਤੇ ਐਂਡ ਆਰਗੇਨਾਈਜੇਸ਼ਨ ਹੁੰਦੀ ਹੈ, ਉਹਦੇ ਹੈੱਡਕੁਆਟਰ ਜਨੇਵਾ 'ਚ ਹੁੰਦੇ ਨੇ। ਤਾਂ ਵਿਪੋ ਦੇ ਹੈੱਡਕੁਆਟਰ ਵੀ ਜਨੇਵਾ 'ਚ ਨੇ। ਜਨੇਵਾ ਸਵਿਟਜ਼ਰਲੈਂਡ 'ਤੇ, ਤਾਂ ਪਹਿਲੇ 'ਤੇ ਵੀ ਕੌਣ ਹੈ, ਸਵਿਟਜ਼ਰਲੈਂਡ। ਹੁਣ ਜਿਵੇਂ ਦੇਖੋ IP ਇੰਡੈਕਸ ਕੌਣ ਰਿਲੀਜ਼ ਕੀਤਾ, US ਚੈਂਬਰ ਆਫ ਕਮਰਸ, ਪਹਿਲੇ 'ਤੇ ਵੀ ਕੌਣ, USA ਦੇ। ਗਲੋਬਲ ਇਨੋਵੇਸ਼ਨ ਇੰਡੈਕਸ ਕਿਹਨੇ ਰਿਲੀਜ਼ ਕੀਤਾ, ਵਿਪੋ ਨੇ, ਪਹਿਲੇ 'ਤੇ ਵੀ ਕੌਣ, ਵਿਪੋ ਨੇ। ਵਿਪੋ ਦੇ ਹੈੱਡਕੁਆਟਰ ਜਨੇਵਾ 'ਚ, ਪਹਿਲੇ 'ਤੇ ਵੀ ਕੌਣ, ਸਵਿਟਜ਼ਰਲੈਂਡ, ਜਨੇਵਾ ਸਵਿਟਜ਼ਰਲੈਂਡ 'ਚ। ਇੰਡੀਆ ਰੈਂਕ ਕਿੰਨਵੇਂ 'ਚ, 40ਵਾਂ। ਆ ਮੈਂ ਇਕੱਠੇ ਹੀ ਲਿਖਤੇ 42ਵਾਂ, 40ਵਾਂ, 41ਵਾਂ। ਠੀਕ ਹੈ, ਤੁਸੀਂ ਇਹਨੂੰ ਰਿਵਾਈਜ਼ ਕਰਿਓ 2-3 ਵਾਰੀ। ਇਨੋਵੇਸ਼ਨ 'ਚ ਆਪਾਂ 40ਵੇਂ 'ਤੇ ਹੈ, IP 'ਚ ਆਪਾਂ 42ਵੇਂ 'ਤੇ ਹੈ। ਠੀਕ ਹੈ, ਅਗਲਾ ਆ ਗਿਆ ਪੈਨਸ਼ਨ ਇੰਡੈਕਸ। ਇਹ ਕੌਣ ਰਿਲੀਜ਼ ਕਰਦਾ ਹੈ, ਮਰਸਰ CFA ਇੰਸਟੀਟਿਊਟ, ਮਰਸਰ CFA ਇੰਸਟੀਟਿਊਟ। ਇਹਦੇ ਵਿੱਚ ਟੌਪ ਕੀਤਾ ਆਈਸਲੈਂਡ ਨੇ। ਇਹ ਯਾਦ ਕਰਨਾ ਬਹੁਤ ਸੌਖਾ ਹੈ। ਠੀਕ ਹੈ, ਤਾਂ ਜ਼ਿਆਦਾਤਰ ਜਿਹੜੇ ਪਿੰਡਾਂ ਦੇ ਵਿੱਚ ਤਾਂ ਇਹ ਚੀਜ਼ ਬਹੁਤ ਦੇਖਣ ਨੂੰ ਮਿਲਦੀ ਹੈ, ਹੋ ਸਕਦਾ ਸ਼ਹਿਰਾਂ ਦੇ ਵਿੱਚ ਵੀ ਹੋਵੇ, ਵੀ ਜਿਹੜੇ ਬੱਚੇ ਹੁੰਦੇ ਨੇ ਜਦੋਂ ਵੀ ਆਈਸਕ੍ਰੀਮ ਵਾਲਾ ਪਿੰਡ ਦੇ ਵਿੱਚ ਆਉਂਦਾ ਹੈ, ਤਾਂ ਬੱਚੇ ਆਪਦੀ ਦਾਦੀ ਕੋਲ ਹੀ ਜਾਂ ਦਾਦੇ ਕੋਲ ਹੀ ਪੈਸੇ ਲੈਣੇ ਆਉਂਦੇ ਨੇ, ਹੈ ਨਾ, ਵੀ ਕੁਲਫੀਆਂ ਵਾਲਾ ਆ ਗਿਆ, ਅਸੀਂ ਕੁਲਫੀਆਂ ਲੈਣੀਆਂ। ਕਿਉਂ, ਦਾਦਾ ਦਾਦੀ ਨੂੰ ਕੀ ਆਉਂਦੀ ਹੁੰਦੀ ਹੈ, ਪੈਨਸ਼ਨ। ਤਾਂ ਹੁਣ ਇਹਨੂੰ ਕਿਵੇਂ ਰਿਲੇਟ ਕਰਾਂਗੇ, ਪੈਨਸ਼ਨ ਕਿਹਨੂੰ ਆਉਂਦੀ ਹੈ, ਦਾਦਾ ਦਾਦੀ ਨੂੰ। ਦਾਦਾ ਦਾਦੀ ਤੋਂ ਪੈਸੇ ਲੈ ਕੇ ਜਵਾਕ ਕੀ ਲੈਂਦੇ ਨੇ, ਆਈਸਕ੍ਰੀਮ। ਤਾਂ ਪਹਿਲੇ 'ਤੇ ਕੌਣ ਆ ਗਿਆ, ਆਈਸਲੈਂਡ। ਠੀਕ ਹੈ, ਹੁਣ ਉੱਥੋਂ ਈਜ਼ੀਲੀ ਟਿਕ ਹੋ ਜਾਊਗਾ, ਪੈਨਸ਼ਨ ਇੰਡੈਕਸ ਦੇ ਵਿੱਚ ਪਹਿਲੇ 'ਤੇ ਆਈਸਲੈਂਡ ਹੈ। ਇੰਡੀਆ ਦਾ ਰੈਂਕ 'ਚ ਕਿੰਨਾ ਮੈਂ, 41ਵਾਂ। ਇੰਡੀਆ ਦਾ ਰੈਂਕ ਕਿੰਨਾ ਮੈਂ, 41ਵਾਂ। ਠੀਕ ਹੈ, ਤਾਂ ਅੱਗੇ ਚੱਲਦੇ ਹਾਂ ਫਿਰ ਆਪਾਂ। ਗਲੋਬਲ ਹੰਗਰ ਇੰਡੈਕਸ, ਇਹ ਕੌਣ ਰਿਲੀਜ਼ ਕਰਦਾ, ਕੰਸਰਨ ਵਰਲਡ ਵਾਈਡ ਅਤੇ ਵੈਲਥ ਹੰਗਰੀ ਲਾਈਫ। ਠੀਕ ਹੈ, ਤਾਂ ਇਹ ਦੋਨੇ ਯਾਦ ਰੱਖਿਓ, ਕੰਸਰਨ ਵਰਲਡ ਵਾਈਡ ਅਤੇ ਵੈਲਥ ਹੰਗਰੀ ਲਾਈਫ, ਗਲੋਬਲ ਹੰਗਰ ਇੰਡੈਕਸ। ਇਹਦੇ ਵਿੱਚ ਇੰਡੀਆ ਦਾ ਰੈਂਕ ਹੈ ਜੀ 107ਵਾਂ। ਇੰਪੋਰਟੈਂਟ ਇੰਡੈਕਸ ਹੈ, ਯਾਦ ਰੱਖਿਓ 107ਵਾਂ। ਇਹਦੇ ਵਿੱਚ ਟੌਪ ਕੀਤਾ ਬੇਲਾਰੂਸ ਨੇ, ਟੌਪ ਕੀਤਾ ਬੇਲਾਰੂਸ ਨੇ। ਇੰਡੀਆ ਇਹਦੇ ਵਿੱਚ ਕਿੰਨਵੇਂ 'ਤੇ, 107ਵੇਂ 'ਤੇ। ਠੀਕ ਹੈ, ਜਿਹੜੇ ਇੰਡੈਕਸ ਦੀ ਤੁਹਾਨੂੰ ਆਪ ਨੂੰ ਟ੍ਰਿਕ ਲੱਗੂਗੀ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋਗੇ, ਕਿਉਂਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਠੀਕ ਹੈ, ਤਾਂ ਜਿਹੜੀ ਵੀ ਤੁਹਾਨੂੰ ਕਿਸੇ ਇੰਡੈਕਸ ਲਈ ਵਧੀਆ ਟ੍ਰਿਕ ਲੱਗੂਗੀ, ਠੀਕ ਹੈ, ਤਾਂ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਤਾਂ ਅਗਲਾ ਆ ਗਿਆ ਜੀ ਆਪਣੇ ਕੋਲ ਗਲੋਬਲ ਲੇਬਰ ਰੀਜ਼ਾਈਲੈਂਸ ਇੰਡੈਕਸ। ਇਹ ਰਿਲੀਜ਼ ਕੀਤਾ ਜੀ ਵਾਈਟ ਸ਼ੀਲਡ ਨੇ, ਲੇਬਰ ਵਾਲਾ ਇੰਡੈਕਸ। ਠੀਕ ਹੈ, ਇਹਦੇ ਵਿੱਚ ਇੰਡੀਆ ਕਿੰਨਵੇਂ 'ਤੇ ਹੈ, 65 'ਤੇ। ਟੌਪ ਕੀਤਾ ਇਹਨੂੰ ਡੈਨਮਾਰਕ ਨੇ, ਟੌਪ ਕੀਤਾ ਇਹਨੂੰ ਡੈਨਮਾਰਕ ਨੇ। ਠੀਕ ਹੈ, ਤਾਂ ਦੇਖੋ ਹੁਣ ਇਹ ਲੇਬਰ ਤੋਂ ਆਪਾਂ ਯਾਦ ਕਰ ਲਾਂਗੇ। ਠੀਕ ਹੈ, ਲੇਬਰ ਤੋਂ ਤਾਂ ਮਤਲਬ ਇੱਕ ਤਰ੍ਹਾਂ ਦਾ ਵੀ ਆਪਾਂ ਇਹਨੂੰ ਵੈਸੇ ਇਹ ਟ੍ਰਿਕ ਆਪਾਂ ਨੂੰ ਲਾਉਣੀ ਚਾਹੀਦੀ, ਪਰ ਚਲੋ ਯਾਦ ਕਰਨ ਦਾ ਤਰੀਕਾ ਹੈ ਵੀ ਜਿਹੜੇ ਗੋਰੇ ਸੀ, ਵਾਈਟ ਸੀਗੇ, ਉਹ ਆਪਣੇ ਤੋਂ ਇੱਕ ਤਰ੍ਹਾਂ ਦਾ ਲੇਬਰ ਦਾ ਕੰਮ ਕਰਾਉਂਦੇ ਸੀ, ਹੈ ਨਾ, ਉਦੋਂ। ਚਲੋ ਹੁਣ ਤਾਂ ਵੀ ਆਪਣੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਠੀਕ ਹੈ, ਹੋਰ ਬਹੁਤ ਸਾਰਿਆਂ ਦੀ ਸ਼ਹੀਦੀਆਂ ਕਰਕੇ ਅੱਜ ਆਪਾਂ ਯਾਦ ਹੈ, ਪਰ ਆਪਾਂ ਇਹਨੂੰ ਰਿਲੇਟ ਉਦੋਂ ਕਰ ਲਾਂਗੇ ਵੀ ਲੇਬਰ ਵੀ ਜਿਹੜੇ ਵਾਈਟ ਲੋਕ ਸੀ ਆਪਣੇ ਤੋਂ ਕੀ ਕਰਾਉਂਦੇ ਸੀ, ਲੇਬਰ। ਵਾਈਟ ਲੋਕ ਆਪਣੇ ਤੋਂ ਕੀ ਕਰਾਉਂਦੇ ਸੀ, ਲੇਬਰ। ਤਾਂ ਆਪਾਂ ਇਹਨੂੰ ਯਾਦ ਕਰ ਲਾਂਗੇ ਵੀ ਗਲੋਬਲ ਲੇਬਰ ਰੀਜ਼ਾਈਲੈਂਸ ਇੰਡੈਕਸ ਕੌਣ ਰਿਲੀਜ਼ ਕਰਦਾ ਹੈ, ਵਾਈਟ ਸ਼ੀਲਡ। ਇੰਡੀਆ ਦਾ ਰੈਂਕ ਇਹਦੇ ਵਿੱਚ ਕਿੰਨਾ ਮੈਂ, 65। ਠੀਕ ਹੈ, ਅਤੇ ਟੌਪ ਕਿਹਨੇ ਕੀਤਾ ਇਹਨੂੰ, ਡੈਨਮਾਰਕ ਨੇ। ਟੌਪ ਕਿਹਨੇ ਕੀਤਾ ਇਹਨੂੰ, ਡੈਨਮਾਰਕ। ਠੀਕ ਹੈ, ਤਾਂ ਐਂ ਯਾਦ ਕਰ ਲਓ ਜਾਂ ਵੀ ਦੈਨ ਉਸ ਟਾਈਮ, ਕਿਉਂਕਿ ਹੁਣ ਥੋੜ੍ਹੀ ਹੈ ਵੀ ਜਿਹੜੇ ਵਾਈਟ ਨੇ ਆਪਣੇ ਲੇਬਰ ਕਦੋਂ ਕਰਾਉਂਦੇ ਸੀ, ਦੈਨ ਉਦੋਂ। ਠੀਕ ਹੈ, ਐਵੇਂ ਯਾਦ ਕਰ ਲਓ, ਕਿਵੇਂ ਦੈਨ। ਠੀਕ ਹੈ, ਕਿਵੇਂ ਵੀ ਤੁਹਾਨੂੰ ਠੀਕ ਲੱਗੂਗਾ। ਅਗਲੀ ਵੈਰੀ ਇੰਪੋਰਟੈਂਟ ਨਿਊਜ਼ ਹੈ, 31ਵਾਂ ਮੈਂਬਰ ਨਾਟੋ ਦਾ। ਤਾਂ ਨਾਟੋ ਬਾਰੇ ਪਹਿਲਾਂ ਪੜ੍ਹ ਲਈਏ, ਨਾਟੋ ਕਦੋਂ ਬਣੀ। ਠੀਕ ਹੈ, ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਤਾਂ ਇਹ USA ਦੇ ਨੇੜੇ ਵਾਲੇ ਦੇਸ਼ ਹੈ। ਠੀਕ ਹੈ, ਤਾਂ ਇਹਨਾਂ ਨੇ ਨਾ ਇੱਕ ਗਰੁੱਪ ਬਣਾਇਆ, ਐਵੇਂ ਮੰਨ ਕੇ ਚਲੋ ਇਹ 30 ਦੇਸ਼ ਸੀ, ਇੱਕ ਗਰੁੱਪ ਬਣਾਇਆ ਵੀ ਜੇ ਕਿਸੇ ਵੀ ਦੇਸ਼ ਨੇ ਆਹ ਦੇਸ਼ 'ਤੇ ਅਟੈਕ ਕੀਤਾ, ਮੰਨ ਕੇ ਚਲੋ ਇਹ 'ਤੇ, ਤਾਂ ਉਹ ਅਟੈਕ ਇਹ 'ਤੇ ਨਹੀਂ ਮੰਨਿਆ ਜਾਊਗਾ, ਸਾਰਿਆਂ 'ਤੇ ਮੰਨਿਆ ਜਾਊਗਾ।
ठीक है। तो वो ये एक जिहड़ा अलायंस ਸੀ ਇਹਨੂੰ बोलते हैं ਆਪਾਂ नाटो, नॉर्थ अटलांटिक ट्रीटी ऑर्गेनाइजेशन। 1949 ਦੇ ਵਿੱਚ ਇਹ ਬਣਿਆ ਸੀ। ਇਹਦੇ ਹੈੱਡਕੁਆਟਰ ਨੇ ਬਰੂਜ਼ਲਸ ਬੈਲਜੀਅਮ ਦੇ ਵਿੱਚ। ਹੁਣ ਇਹਦਾ 31ਵਾਂ ਮੈਂਬਰ ਬਣ ਗਿਆ ਜੀ, याद रखियो ਕਿਹੜਾ, ਫਿਨਲੈਂਡ। ਵੈਰੀ ਵੈਰੀ ਇੰਪੋਰਟੈਂਟ ਨਿਊਜ਼ है, 31वां ਮੈਂਬਰ ਨਾਟੋ ਦਾ ਕੌਣ है, ਫਿਨਲੈਂਡ। ਨਾਟੋ ਬਾਰੇ ਪੜ੍ਹ ਲਿਓ, 1949 ਚ ਬਣਿਆ, ਹੈੱਡਕੁਆਟਰ ਬਰੂਜ਼ਲਸ ਬੈਲਜੀਅਮ ਦੇ ਵਿੱਚ। ਅਗਲੀ ਆ ਇੰਪੋਰਟੈਂਟ ਐਕਸਰਸਾइज, ਕੋਪ ਇੰਡੀਆ ਐਕਸਰਸਾइज, इंडिया तो USA की याद करनी सौखी है तो इंपॉर्टेंट भी है। देखो कॉप, कॉप की थोड़ी जी प्रनाउंसिएशन एवें आती है खौफ, कॉप खौफ। तो ज़्यादातर जे देखिए सारे देशों में सब तो वध खौफ किहड़े देश तो, सब तो तगड़ा देश आप किहड़ा मानते हैं, सारे यही मानते होंगे किहड़ा, USA। ठीक है। तो कॉप खौफ भी सारे देशों में इन्हों तो की है, एक तरह का खौफ है भी, मतलब टैक्नोलॉजी च इन्ने ज़्यादा अगे ने, आर्मी च बहुत अगे ने। ठीक है। तो ये एयर फोर्सिस की एक्सरसाइज है। कित्थे हुई है ये, कलाईकुंडा एयरबेस वेस्ट बंगाल के, इंडिया के हुई सी कॉप इंडिया एक्सरसाइज। ठीक है। कॉप खौफ, खौफ की तो है USA तो, याद रखियो इंडिया तो USA। नैक्सट न्यूज़ वेरी वेरी इंपॉर्टेंट, पहली म्यूनसिपल कॉरपोरेशन जिन्हें ग्रीन बॉन्ड लिस्ट किए नहीं। ग्रीन बॉन्ड की होंगे, मतलब बॉन्ड एक गारंटी होंगी है भी, मान के चलो अज अपने 100 के कोई बॉन्ड खरीदिया तो वो गारंटी होंगे भी मैं तेनों भाई अज तो 10 साल बाद भी तेनों ये 100 के मैं 115 रुपए दूंगा, 120 रुपए दूंगा। ठीक है। वो बॉन्ड होंगे। ग्रीन बॉन्ड किहड़े होंगे ने, जिहड़ा पैसा आऊगा बॉन्ड के थ्रू वो मतलब रिन्यूएबल एनर्जी ते लाया गया होवे। ठीक है। मतलब सोलर पैनल ते लाया गया होवे, रिन्यूएबल एनर्जी ते लाया गया होवे। ठीक है। उन्होंने आपां ग्रीन बॉन्ड्स कहने हैं। तो पहली किहड़ी म्यूनसिपल कॉरपोरेशन बन गई जिन्हें ग्रीन बॉन्ड्स रिलीज़ किए हैं, तो इंडोर दी म्यूनसिपल कॉरपोरेशन, इंडोर MC मध्य प्रदेश। ठीक है। याद रखियो इंपॉर्टेंट है इंडोर। ठीक है। इंडोर क्लीनैसट सिटी है, उत्थों याद कर लो है ना भी, ग्रीन बॉन्ड भी वधिया काम ही है ना एनवायरमेंट नूं बचाउण वाला। तो सब तो जिहड़ी अपनी वधिया सिटी है क्लीनैसट सिटी इंडोर, उत्थे वो म्यूनसिपलिटी कॉरपोरेशन इनू रिलीज़ कीते ने। अगला रायसाना डायलॉग्स। रायसाना डायलॉग्स हर साल न्यू दिल्ली दे विच मनाया जाता है, मतलब ऑर्गेनाइज किया जाता है बेसिकली। किहदे द्वारा, मिनिस्ट्री ऑफ एक्सटर्नल अफेयर तो ऑबजरवर रिसर्च फाउंडेशन, वेरी वेरी इंपॉर्टेंट, ऑबजरवर रिसर्च फाउंडेशन तो मिनिस्ट्री ऑफ अपना एक्सटर्नल अफेयर्स। ठीक है। तो यदा थीम की सीगा इस बारी रायसाना डायलॉग का, प्रोवोकेशन, अनसरटेनिटी, टर्बूलेंस, लाइट हाउस इन द टेम्पेस्ट। ठीक है। तो इनू एक दो बारी पढ़ोगे थीम, कई बार ऑप्शन तो सूँ ईजीली याद हो जाऊगा भी हाँ यार आ मैं थीम कितना ना कितने पढ़िया या होयागा। ठीक है। तो रायसाना डायलॉग न्यू दिल्ली के ऑबजरवर रिसर्च फाउंडेशन द्वारा इनू ऑर्गेनाइज किया जाता है। थीम यदा याद रखना इंपॉर्टेंट है। अगे आ गया धरा इनीशिएटिव। धरा इनीशिएटिव किहदे द्वारा लॉन्च किया गया, याद रखियो धरा इनीशिएटिव मिनिस्ट्री ऑफ कल्चर का, मिनिस्ट्री ऑफ कल्चर का। ये ना ये किहदी पार्टनरशिप के नाल है, IKS इंडियन नॉलेज सिस्टम। ये इंडियन नॉलेज सिस्टम की कुछ आ गया जिमें आयुर्वेदा। ठीक है। आयुष बेसिकली आयुर्वेदा, योगा, यूनानी। ठीक है। भी वो बारे आपां ਜਿਹੜੇ ਅੱਜ ਦੇ ਆਪਣੇ ਬੱਚੇ ਨੇ ਉਹਨਾਂ ਨੂੰ ਉਹ ਚੀਜ਼ਾਂ ਬਾਰੇ, ਆਯੁਰਵੇਦਾ ਬਾਰੇ ਨਹੀਂ ਪਤਾ ਨਾ, ਤਾਂ ਇੰਡੀਅਨ ਨੌਲੇਜ ਸਿਸਟਮ ਬਾਰੇ ਉਹਨਾਂ ਨੂੰ ਪੜ੍ਹਾਇਆ ਜਾਵੇ, ਉਹਦੇ ਲਈ ਦਾਰਾ ਇਨੀਸ਼ੀਏਟਿਵ ਹੈ, ਮਿਨਿਸਟਰੀ ਆਫ ਕਲਚਰ ਦਾ ਇਨੀਸ਼ੀਏਟਿਵ ਹੈ। ਇੰਡੀਅਨ ਨੌਲੇਜ ਸਿਸਟਮ ਡਿਵੀਜ਼ਨ ਆਫ ਮਿਨਿਸਟਰੀ ਆਫ ਐਜੂਕੇਸ਼ਨ ਲੋਕੇਟਡ ਐਟ AICTE ਦਿੱਲੀ ਇਜ਼ ਕੀ ਐਗਜ਼ੀਕਿਊਟਿਵ ਪਾਰਟਨਰ ਫॉर ਦਾਰਾ ਇਵੈਂट्स। ਇਹਦਾ ਜਿਹੜਾ ਕੀ ਐਗਜ਼ੀਕਿਊਟਿਵ ਪਾਰਟਨਰ ਹੈ ਉਹ ਕੀ ਹੈ, IKS ਇੰਡੀਅਨ ਨੌਲੇਜ ਸਿਸਟम्स। ठीक है। न्यू दिल्ली ਦੇ ਵਿੱਚ AICTE न्यू दिल्ली। दारा इनीशिएटिव याद रखियो मिनिस्ट्री ऑफ कल्चर तो IKS AICTE न्यू दिल्ली। अगे आ गया अपने को अकैडमिक फ्रीडम इंडैक्स। ये इंडैक्स है किहदे द्वारा रिलीज़ किया गया, तो इंडिया का स्कोर की सीगा, ते टॉप ते कौन है, पूरेस्ट स्कोर की जिहड़ा ये इंडैक्स है रिलीज़ किया गया ग्लोबल पब्लिक पॉलिसी इंस्टीट्यूट ते VDEM वराइटी ऑफ डेमोक्रेसी। VDEM की है, वराइटी ऑफ डेमोक्रेसी। तो इन्हों के द्वारा ये इंडैक्स है जो रिलीज़ किया गया। ये इंडिया स्कोर याद रखियो कि 0.38 भी जी अकैडमिक फ्रीडम है वो घट है इंडिया है ना, स्कोर घट है। तो पाकिस्तान भी अपने नालों ज़्यादा है, पाकिस्तान का इंडैक्स अपने तो वधिया 0.43। US का बहुत ज़्यादा वधिया 0.79। तो चाइना वर्स्ट 10% के मतलब लास्टले 10% आता। चाइना स्कोर है 0.07, 0.07। ठीक है। तो इन्ना याद रख लियो ये रिपोर्ट बारे, इंडिया का स्कोर याद कर लियो, US का याद कर लियो, तो अपने आ दो गवांढी देशों का भी कई बार पूछ लेना। ठीक है। अकैडमिक फ्रीडम इंडैक्स। नैक्सट न्यूज़ है इंडिया का पहला फर्स्ट क्लोन्ड फीमेल काफ। ठीक है। क्लोन्ड मतलब
ਵੀ ਇਹਨੂੰ ਮਤਲਬ ਲੈਬੋਰੇਟਰੀ ਦੇ ਵਿੱਚ ਇੱਕ ਤਰ੍ਹਾਂ ਦਾ ਬਣਾਇਆ ਗਿਆ ਹੈ ਨਾ। ਤਾਂ ਇਹਦਾ ਨਾਮ ਕੀ ਹੈ? ਇਹਦਾ ਨਾਮ ਹੈ ਗੰਗਾ, ਠੀਕ ਹੈ। ਅਤੇ ਇਹ ਕਿਹੜੀ ਬਰੀਡ ਦਾ ਹੈ? ਠੀਕ ਹੈ, ਆਪਾਂ ਨੇ ਇਹਦੀ ਫੋਟੋ ਲਾਈ ਹੈ। ਇਹ ਆਪਣੀ ਜਿਹੜੀ ਦੇਸੀ ਬਰੀਡ ਹੈ ਗਿਰ, GIR ਗਿਰ, ਠੀਕ ਹੈ, ਉਹ ਤੋਂ ਇਹ ਤਿਆਰ ਕੀਤਾ ਗਿਆ। ਇਹ ਕਿਹਦਾ ਪ੍ਰੋਜੈਕਟ ਸੀ? NDRI ਦਾ, ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਆਫ ਇੰਡੀਆ, ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਆਫ ਇੰਡੀਆ। ਤੁਹਾਨੂੰ ਕਿਹੜੇ ਕਿਹੜੇ ਕੁਐਸਚਨ ਬਣ ਸਕਦੇ ਹੋ? ਪੁੱਛੂਗਾ ਇੰਡੀਆ ਦਾ ਜਿਹੜਾ ਪਹਿਲਾ ਕਲੋਨਡ ਫੀਮੇਲ ਕਾਫ ਆ ਉਹਦਾ ਕੀ ਨਾਮ ਰੱਖਿਆ? ਗੰਗਾ। ਪੁੱਛੂਗਾ ਉਹ ਕਿਹੜੀ ਬਰੀਡ ਦਾ ਹੈ? ਗਿਰ। ਅਤੇ ਪੁੱਛੂਗਾ ਕਿਹਦਾ ਪ੍ਰੋਜੈਕਟ ਹੈ? NDRI ਦਾ, ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਆਫ ਇੰਡੀਆ। ਅਗਲਾ ਆ ਗਿਆ ਜੀ ਵਰਲਡ ਵਾਈਲਡ ਲਾਈਫ ਡੇ। ਵਰਲਡ ਵਾਈਲਡ ਲਾਈਫ ਡੇ ਕਦੋਂ ਮਨਾਇਆ ਜਾਂਦਾ? 3 ਮਾਰਚ ਨੂੰ। ਵਰਲਡ ਵਾਈਲਡ ਲਾਈਫ ਡੇ ਕਦੋਂ ਮਨਾਇਆ ਜਾਂਦਾ? 3 ਮਾਰਚ ਨੂੰ। ਇਹਦਾ ਥੀਮ ਕੀ ਸੀਗਾ? ਪਾਰਟਨਰਸ਼ਿਪ ਫॉर ਵਾਈਲਡ ਲਾਈਫ ਕੰਜ਼ਰਵੇਸ਼ਨ, ਪਾਰਟਨਰਸ਼ਿਪ ਫॉर ਵਾਈਲਡ ਲਾਈਫ ਕੰਜ਼ਰਵੇਸ਼ਨ। ਇਹ 3 ਮਾਰਚ ਨੂੰ ਹੀ ਕਾਹਤੋਂ ਮਨਾਇਆ ਜਾਂਦਾ? ਕਿਉਂਕਿ ਜਿਹੜੀ ਸਾਈਟ ਸੀ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਇੰਡੇਂਜਰਡ ਸਪੀਸੀਜ਼ ਆਫ ਵਾਈਲਡ ਫਲੋਰਾ ਐਂਡ ਫਨਾ, ਇਹ 3 ਮਾਰਚ 1973 ਨੂੰ ਸਾਈਨ ਹੋਈ ਸੀ। ਜਿਹੜੀ ਸਾਈਟਸ ਦੀ ਕਨਵੈਨਸ਼ਨ ਸੀ ਕਦੋਂ ਸਾਈਨ ਹੋਈ ਸੀ? ਫੋਰਸ ਇਹ 1975 'ਚੋਂ ਹੀ ਹੈ, ਯਾਦ ਰੱਖਿਓ। ਜਿਹੜੀ ਸਾਈਟਸ ਹੈ ਉਹ 1 ਜੁਲਾਈ 1975 ਚੋਂ ਫੋਰਸ ਲਾਗੂ 1 ਜੁਲਾਈ 1975 ਤੋਂ ਹੋਈ ਹੈ, ਪਰ ਸਾਈਨ ਕਦੋਂ ਹੋਈ ਸੀ? ਅਡੋਪਟ ਕਦੋਂ ਹੋਈ ਸੀ? 3 ਮਾਰਚ 1973 ਨੂੰ। ਤਾਂ ਕਰਕੇ 3 ਮਾਰਚ ਨੂੰ ਵਰਲਡ ਵਾਈਲਡ ਲਾਈਫ ਡੇ ਮਨਾਇਆ ਜਾਂਦਾ। ਯਾਦ ਕਰਨਾ ਸੌਖਾ। ਦੇਖੋ ਵਾਈਲਡ ਲਾਈਫ ਡੇ ਐਵੇਂ, ਇਹਨੂੰ ਐਂ ਥੋੜ੍ਹਾ ਜਿਹਾ ਘੁਮਾ ਦਿਓ, ਇਹ 3 ਬਣ ਜੂਗਾ। ਇਹਨੂੰ ਹੋਰ ਘੁਮਾ ਦਿਓ, ਇਹ M ਬਣ ਜੂਗਾ। ਦੇਖੋ ਹੈਗਾ ਤਾਂ ਇਹ ਹੁਣ W ਹੈ ਨਾ, ਬਸ ਉਹਨੂੰ ਘੁਮਾਇਆ ਆਪਾਂ ਨੇ। ਤਾਂ 3M ਮਤਲਬ 3 ਮਾਰਚ, ਵਰਲਡ ਵਾਈਲਡ ਲਾਈਫ ਡੇ 3 ਮਾਰਚ, ਠੀਕ ਹੈ। ਅੱਗੇ ਇੰਪੋਰਟੈਂਟ ਫੈਸਟੀਵਲਸ 2 ਨਿਊਜ਼ ਦੇ ਵਿੱਚ ਆਈਆਂ ਸੀ ਆਪਣੇ ਕੋਲੇ। ਇੱਕ ਤਾਂ ਬੰਮਚੂ ਫੈਸਟੀਵਲ, ਇਹ ਕਿਹੜੀ ਸਟੇਟ ਦੀ ਹੈ? ਸਿੱਕਿਮ ਦੀ ਵਿੱਚ। ਇਹਦੋਂ ਪਹਿਲਾਂ ਵੀ ਆਪਾਂ ਕਾਫੀ ਜਿਹੜੀਆਂ ਫੈਸਟੀਵਲਸ ਨੇ ਉਹ ਕਵਰ ਕੀਤੀਆਂ ਨੇ, ਤੁਸੀਂ ਪੁਰਾਣੇ ਨੋਟਸ ਰਿਵਾਈਜ਼ ਕਰ ਲਿਓ, ਵੀਡੀਓਸ ਉੱਥੋਂ ਦੇਖ ਲਿਓ, ਠੀਕ ਹੈ। ਤਾਂ ਪਹਿਲਾਂ ਮੈਂ ਸੋਚਿਆ ਸੀ ਵੀ ਸਾਰਾ ਮੈਂ ਰਿਵਾਈਜ਼ ਕਰਵਾ ਦਾਂ ਇੱਕ ਮੈਰਾਥਨ ਵੀਡੀਓ ਬਣਾ ਕੇ, ਪਰ ਮੈਂ ਸੋਚਿਆ ਵੀ ਉਹੀ ਚੀਜ਼ ਮੈਂ ਉੱਥੇ ਆਲਰੇਡੀ ਕਰਵਾਈ ਹੋਈ ਹੈ, ਤੁਸੀਂ ਵੀਡੀਓ ਫਾਸਟ ਕਰਕੇ ਦੇਖ ਸਕਦੇ ਹੋ, ਠੀਕ ਹੈ। 2 ਦੀ ਸਪੀਡ 'ਤੇ ਦੇਖ ਲਓ, ਹੈ ਨਾ। ਤਾਂ ਇੱਕ ਤਰ੍ਹਾਂ ਦੀ ਵੀ ਮੈਰਾਥਨ ਤੁਸੀਂ ਆਪਣੇ ਆਪ ਹੀ ਇਹਨੂੰ ਮੈਰਾਥਨ ਬਣਾ ਸਕਦੇ ਹੋ ਵੀ ਇਹ ਵੀਡੀਓ ਦੇਖ ਕੇ ਫਿਰ 27ਵੀਂ, ਫਿਰ 26ਵੀਂ, ਠੀਕ ਹੈ, ਸੋ ਔਨ, ਮਤਲਬ ਪਿੱਛੇ ਜਾਂਦੇ ਜਾਈਓ, ਤੁਹਾਨੂੰ ਪੇਪਰ 'ਚ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ। ਤਾਂ ਬੰਮਚੂ ਫੈਸਟੀਵਲ ਕਿਹੜੀ ਸਟੇਟ ਦੀ ਹੈ? ਯਾਦ ਰੱਖਿਓ, ਸਿੱਕਿਮ ਦੀ। ਬੰਮਚੂ ਦਾ ਮਤਲਬ ਕੀ ਹੈ? ਪੌਟ ਆਫ ਸੈਕਰਡ ਵਾਟਰ। ਇਹ ਇੱਕ ਤਰ੍ਹਾਂ ਦਾ ਨਾ ਮਤਲਬ ਵੀ ਜਿਵੇਂ ਆਪਣੇ ਕੋਲੇ, ਜਿਵੇਂ ਆਪਾਂ ਸਰੋਵਰ ਦਾ ਪਾਣੀ ਆਪਾਂ ਪਵਿੱਤਰ ਮੰਨਦੇ ਹਾਂ, ਹੈ ਨਾ, ਆਪਾਂ ਲੈ ਆਉਣੇ ਹੁੰਦੇ ਹਾਂ, ਹੈ ਨਾ। ਜਿਵੇਂ ਹਰਿਮੰਦਰ ਸਾਹਿਬ ਗਏ ਆਪਾਂ ਪਾਣੀ ਲੈ ਆਉਣੇ ਹੁੰਦੇ ਹਾਂ, ਅਤੇ ਜੇ ਕੋਈ ਬਿਮਾਰ ਹੋਵੇ ਆਪਾਂ ਪਾਣੀ ਪਿਆ ਦਿੰਦੇ ਹਾਂ, ਠੀਕ ਹੈ, ਜਾਂ ਘਰੇ ਛਿੱਟਾ ਦਿੰਦੇ ਹਾਂ, ਹੈ ਨਾ। ਤਾਂ ਉਵੇਂ ਜਿਹੜੀ ਬੰਮਚੂ ਫੈਸਟੀਵਲ ਹੈ ਇਹ ਸਿੱਕਿਮ ਦੇ ਵਿੱਚ ਮਨਾਈ ਜਾਂਦੀ ਹੈ। ਅਤੇ ਜਿਹੜਾ ਬੰਮਚੂ ਹੈ ਇਹਦਾ ਮਤਲਬ ਇੱਕ ਉਵੇਂ ਹੈ ਸੈਕਰਡ ਵਾਟਰ, ਵੀ ਜਿਹਨੇ ਇਹ ਪਾਣੀ ਪੀ ਲਿਆ ਕਹਿੰਦੇ ਵੀ ਉਹ ਜੂਨੀਆਂ ਤੋਂ ਰਹਿਤ ਹੋ ਜਾਂਦਾ, ਠੀਕ ਹੈ। ਐਵੇਂ ਦਾ ਮਤਲਬ ਕੋਈ ਉਹਨਾਂ ਦਾ ਰਿਲੀਜੀਅਸ ਬਿਲੀਫ ਹੈ ਇਹਦੇ ਵਿੱਚ, ਤਾਂ ਯਾਦ ਰੱਖਿਓ, ਠੀਕ ਹੈ। ਤਾਂ ਸਿੱਕਿਮ ਦੇ ਵਿੱਚ ਇਹ ਮਨਾਇਆ ਜਾਂਦਾ। ਅਗਲਾ ਸਿਆਂਗ ਊਇੰਗ ਫੈਸਟੀਵਲ। ਸਿਆਂਗ ਊਇੰਗ ਫੈਸਟੀਵਲ ਇਹ ਆਦੀ ਕਮਿਊਨਿਟੀ ਮਨਾਉਂਦੀ ਹੈ, ਆਦੀ ਕਮਿਊਨਿਟੀ ਅਰੁਣਾਚਲ ਪ੍ਰਦੇਸ਼ ਦੀ। ਮਤਲਬ ਸਿਆਂਗ ਊਇੰਗ ਫੈਸਟੀਵਲ ਕਿੱਥੇ ਮਨਾਈ ਜਾਂਦੀ ਹੈ? ਅਰੁਣਾਚਲ ਪ੍ਰਦੇਸ਼ ਦੇ ਵਿੱਚ, ਅਤੇ ਬੰਮਚੂ ਸਿੱਕਿਮ ਦੇ ਵਿੱਚ, ਠੀਕ ਹੈ। ਤਾਂ ਯਾਦ ਰੱਖਿਓ। ਅੱਗੇ ਆ ਗਿਆ ਆਪਾਂ CPTPP, ਕੰਪਰੀਹੈਂਸਿਵ ਐਂਡ ਪ੍ਰੋਗਰੈਸਿਵ ਐਗਰੀਮੈਂਟ ਫॉर ਟਰਾਂਸ ਪੈਸੀਫਿਕ ਪਾਰਟਨਰਸ਼ਿਪ। ਇਹ ਗਰੁੱਪ ਹੈ 12 ਕੰਟਰੀਜ਼ ਦਾ। ਇਹਦੇ ਵਿੱਚ ਨਾ ਉਹ ਇੱਕ ਦੂਜੇ ਨਾਲ ਮਤਲਬ ਟ੍ਰੇਡ, ਫ੍ਰੀ ਟ੍ਰੇਡ ਦਾ ਇੱਕ ਉਹਨਾਂ ਨੇ ਆਪ 'ਚ ਇਕੱਠੇ ਹੋ ਕੇ ਇੱਕ ਫ੍ਰੀ ਟ੍ਰੇਡ ਦਾ ਗਰੁੱਪ ਬਣਾਇਆ। ਤਾਂ ਇਹ ਨਿਊਜ਼ ਦੇ ਵਿੱਚ ਤਾਂ ਹੈ ਕਿਉਂਕਿ UK ਨੇ ਇਹਨੂੰ ਰੀਸੈਂਟਲੀ ਜੁਆਇਨ ਕੀਤਾ। ਇਹਦੇ ਪਹਿਲਾ ਮੈਂਬਰ ਵੀ 12 ਸੀ, ਪਰ 2018 ਦੇ ਵਿੱਚ USA ਇਹਨੂੰ ਛੱਡ ਗਿਆ ਸੀ, USA ਐਗਜ਼ਿਟ ਕਰ ਗਿਆ ਸੀ। ਪਿੱਛੇ ਮੈਂਬਰ ਹੈਗੇ ਸੀ 11, ਤਾਂ ਹੁਣ UK ਜੁਆਇਨ ਕਰ ਗਿਆ। ਦੁਬਾਰੇ ਮੈਂਬਰ ਕਿੰਨੇ ਹੋ ਗਏ ਇਹਦੇ? 12। ਤਾਂ ਯਾਦ ਰੱਖਿਓ ਕਿ ਤਾਂ 12 ਮੈਂਬਰ ਨੇ UK ਰੀਸੈਂਟਲੀ ਜੁਆਇਨ ਕੀਤਾ CPTPP, ਠੀਕ ਹੈ, ਕੰਪਰੀਹੈਂਸਿਵ ਐਂਡ ਪ੍ਰੋਗਰੈਸਿਵ ਐਗਰੀਮੈਂਟ ਫॉर ਟਰਾਂਸ ਪੈਸੀਫਿਕ ਪਾਰਟਨਰਸ਼ਿਪ। ਅੱਗੇ ਆ ਗਿਆ ਨੈਸ਼ਨਲ ਪਾਰਟੀਜ਼। ਇੰਡੀਆ ਦੇ ਵਿੱਚ ਐਟ ਪ੍ਰੈਜ਼ੈਂਟ 6 ਨੈਸ਼ਨਲ ਪਾਰਟੀਜ਼ ਨੇ। ਕਿਹੜੀਆਂ ਕਿਹੜੀਆਂ ਨੇ ਆਪਾਂ ਨੂੰ ਪਤਾ ਹੋਣਾ ਚਾਹੀਦਾ। ਪਹਿਲਾਂ ਤਾਂ ਕਿੰਨੀਆਂ ਨੇ? ਯਾਦ ਰੱਖਿਓ 6 ਨੇ। BJP, ਦੇਖੋ ਮੇਨ ਜਿਹੜੀਆਂ ਤੁਹਾਨੂੰ ਯਾਦ ਹੋਣੀਆਂ, BJP ਅਤੇ ਕਾਂਗਰਸ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਤੀਜੀ ਆਪਣੇ ਯਾਦ ਰਹਿ ਜੂਗੀ ਹੁਣ ਆਪ, ਵੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਹੈ। BJP, ਕਾਂਗਰਸ, ਆਪ, 3 ਤਾਂ ਯਾਦ ਹੋ ਗਈਆਂ। 3 ਯਾਦ ਕਰਨੀਆਂ ਨੇ। ਇੱਕ ਤਾਂ BSP, ਬਹੁਜਨ ਸਮਾਜ ਪਾਰਟੀ। ਇੱਕ NPP, ਨੈਸ਼ਨਲ ਪੀਪਲਸ ਪਾਰਟੀ, ਮੈਂ ਸ਼ਾਰਟ ਫਾਰਮ ਵੀ ਯਾਦ ਰੱਖਿਓ NPP। ਇੱਕ CPIM, ਪਿੱਛੇ M ਲਿਖਣਾ ਜ਼ਰੂਰੀ ਹੈ, ਕੱਲੀ CPI ਨਹੀਂ। ਆ ਦੇਖੋ, ਕੱਲੀ CPI ਤਾਂ ਰਿਮੂਵ ਕਰਤੀ, ਅੱਗੇ ਪੜ੍ਹਾਂਗੇ ਆਪਾਂ। CPIM, CPI ਕੀ ਹੈ? ਕਮਿਊਨਿਸਟ ਪਾਰਟੀ ਆਫ ਇੰਡੀਆ। CPIM ਕੀ ਹੈ? ਕਮਿਊਨਿਸਟ ਪਾਰਟੀ ਆਫ ਇੰਡੀਆ, ਅੱਗੇ ਮਾਰਕਸਿਸਟ ਐਂ ਜੀ ਹੈ, ਠੀਕ ਹੈ, M ਦੇ। ਤਾਂ ਆਪਣੇ ਕੋਲ 6 ਇਸ ਟਾਈਮ ਜਿਹੜੀਆਂ ਪਾਰਟੀਜ਼ ਨੇ ਉਹਨਾਂ ਨੂੰ ਨੈਸ਼ਨਲ ਸਟੇਟਸ ਮਿਲਿਆ ਵਾ, ਨੈਸ਼ਨਲ ਸਟੇਟਸ, ਠੀਕ ਹੈ, ਨੈਸ਼ਨਲ ਪਾਰਟੀ ਦਾ। BJP, ਕਾਂਗਰਸ, CPIM, ਬਹੁਜਨ ਸਮਾਜ ਪਾਰਟੀ,
ਨੈਸ਼ਨਲ ਪੀਪਲਸ ਪਾਰਟੀ ਤੇ ਆਮ ਆਦਮੀ ਪਾਰਟੀ। ਠੀਕ ਹੈ, ਤਾਂ 3 ਪਾਰਟੀ ਤੋਂ ਜਿਹੜਾ ਨੈਸ਼ਨਲ ਸਟੇਟਸ ਹੈ ਉਹ ਵਿਦਡਰਾ ਕਰ ਲਿਆ, ਵਾਪਸ ਲੈ ਲਿਆ ਗਿਆ। ਕਿਹੜੀਆਂ ਨੇ ਇਹ ਵੀ ਯਾਦ ਰੱਖਿਓ, TMC, ਤ੍ਰਿਣਮੂਲ ਕਾਂਗਰਸ, NCP, ਨੈਸ਼ਨਲਿਸਟ ਕਾਂਗਰਸ ਪਾਰਟੀ ਤੇ CPI, ਕਮਿਊਨਿਸਟ ਪਾਰਟੀ ਆਫ ਇੰਡੀਆ। ਠੀਕ ਹੈ, ਇਹਨਾਂ ਦਾ ਸਟੇਟ ਜਿਹੜਾ ਨੈਸ਼ਨਲ ਪਾਰਟੀ ਦਾ ਸਟੇਟਸ ਸੀ ਇਹਨਾਂ ਤੋਂ ਵਾਪਸ ਲੈ ਲਿਆ ਗਿਆ। ਹੁਣ ਨਾ ਕ੍ਰਾਈਟੀਰੀਆ ਕੀ ਹੈ, ਕਈ ਵਾਰ ਕੁਐਸਚਨ ਆਉਂਦਾ ਹੁੰਦਾ ਹੈ ਵੀ ਨੈਸ਼ਨਲ ਪਾਰਟੀ ਬਣ ਲਈ ਕੀ ਕ੍ਰਾਈਟੀਰੀਆ, ਤਾਂ ਉਹਨੂੰ ਆਪਾਂ ਥੋੜ੍ਹਾ ਰਿਵਾਈਜ਼ ਕਰ ਲੈਣੇ ਆ। ਇਹਦਾ ਕ੍ਰਾਈਟੀਰੀਆ ਵੀ 6% ਵੋਟਾਂ ਲਾਸਟ ਜਿਹੜੀਆਂ ਵੀ ਅਸੈਂਬਲੀ ਇਲੈਕਸ਼ਨ ਹੋਈਆਂ ਸੀ, ਠੀਕ ਹੈ, ਵਿਧਾਨ ਸਭਾ ਦੀਆਂ ਲਾ ਲਓ, ਠੀਕ ਹੈ, ਉਹਦੇ ਵਿੱਚ ਘੱਟੋ ਘੱਟ 4 ਸਟੇਟਾਂ ਦੇ ਵਿੱਚ ਉਹਨਾਂ ਨੂੰ 6% ਵੋਟਾਂ ਮਿਲੀਆਂ। ਹੁਣ ਕੋਈ ਮਰਜ਼ੀ 4 ਸਟੇਟਾਂ ਦੇ ਵਿੱਚ, ਠੀਕ ਹੈ, ਜੇ ਮੰਨ ਕੇ ਚਲੋ ਪੰਜਾਬ ਦੇ ਵਿੱਚ 6% ਵੋਟਾਂ ਮਿਲ ਗਈਆਂ, ਹਰਿਆਣੇ 'ਚ ਜਿੱਤਣ ਚਾਹੇ ਜਮੀ ਨਾ ਪਰਸੈਂਟ ਆਖਿਆ ਵੀ 6% ਵੋਟਾਂ ਮਿਲ ਜਾਣ ਤੇ 4 ਸੀਟਾਂ ਜਿੱਤੀਆਂ ਨੂੰ ਉਹ ਲੋਕ ਸਭਾ ਦੇ ਵਿੱਚ, ਠੀਕ ਹੈ, ਤਾਂ ਉਹ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਸਟੇਟਸ ਮਿਲ ਜੂਗਾ। 2 ਕੰਡੀਸ਼ਨਾਂ ਨੇ, ਇਹ ਦੋਨੇ ਫੁੱਲਫਿਲ ਹੋਣੇ ਜਿੰਦੇ ਨੇ ਐਂਡ ਲਿਖਿਆ ਮੈਂ ਐਂਡ। ਠੀਕ ਹੈ, ਪਹਿਲੀ ਵੀ 6% ਵੋਟਾਂ ਲਾਸਟ ਅਸੈਂਬਲੀ ਇਲੈਕਸ਼ਨ 'ਚ ਕਿਸੇ ਵੀ 4 ਸਟੇਟਾਂ 'ਚ, ਤੇ ਦੂਜਾ 4 ਸੀਟਾਂ ਲੋਕ ਸਭਾ 'ਚ। ਜਾਂ ਤਾਂ ਇਹ ਕ੍ਰਾਈਟੀਰੀਆ ਫੁੱਲਫਿਲ ਕਰ ਦਿਓ ਜਾਂ ਉਰੇ ਔਰ ਪਾਇਆ, ਜਾਂ ਦੂਜਾ ਕੀ ਹੈ ਵੀ ਐਟਲੀਸਟ 2% ਸੀਟਾਂ ਜਿੱਤ ਜੋ ਲੋਕ ਸਭਾ ਦੀਆਂ, ਘੱਟੋ ਘੱਟ 3 ਸਟੇਟਾਂ 'ਚੋਂ। ਹੁਣ ਜਿਵੇਂ ਆਪਣੇ ਕੋਲ ਜਿੰਨੀਆਂ ਲੋਕ ਸਭਾ ਦੀਆਂ ਸੀਟਾਂ ਨੇ, ਠੀਕ ਹੈ, ਮੰਨ ਕੇ ਚਲੋ 552 ਨੇ, ਉਹਦਾ 2% ਕੱਢ ਲਓ, ਉਹਦਾ 2% 3 ਸਟੇਟਾਂ 'ਚੋਂ ਆਉਣੀਆਂ ਚਾਹੀਦੀਆਂ ਨੇ। ਠੀਕ ਹੈ, ਮੰਨ ਕੇ ਚਲੋ 10 ਸੀਟਾਂ 3 ਸਟੇਟਾਂ ਦੇ ਵਿੱਚੋਂ ਆਉਣੀਆਂ ਚਾਹੀਦੀਆਂ ਨੇ। ਠੀਕ ਹੈ, 2% ਯਾਦ ਰੱਖਿਓ, ਲੋਕ ਸਭਾ ਦੀ ਸੀਟਾਂ ਫਰੋਮ ਐਨੀ 3 ਸਟੇਟ। ਇਹ 2 ਕ੍ਰਾਈਟੀਰੀਆ ਹੁੰਦੇ ਨੇ, ਇਹਨਾਂ 'ਚੋਂ ਜਿਹੜਾ ਵੀ ਕੋਈ ਕ੍ਰਾਈਟੀਰੀਆ ਫੁੱਲਫਿਲ ਕਰ ਦੂਗਾ, ਇੱਕ ਚਾਹੇ ਉੱਪਰਲਾ ਕਰ ਦਿਓ ਚਾਹੇ ਨਿਚਲਾ, ਉਹਨੂੰ ਨੈਸ਼ਨਲ ਪਾਰਟੀ ਦਾ ਸਟੇਟਸ ਮਿਲ ਜੂ। ਅਗਲੀ ਨਿਊਜ਼ ਹੈ ਇੰਡੀਆ ਦੀ ਪਹਿਲੀ ਫਰੋਜ਼ਨ ਲੇਕ ਮੈਰਾਥਨ। ਠੀਕ ਹੈ, ਆ ਦੇਖੋ ਫਰੋਜ਼ਨ ਲੇਕ ਦੇ ਉੱਪਰ, ਮਤਲਬ ਇੱਕ ਲੇਕ ਹੈ ਜਿਹੜੀ ਜੰਮ ਚੁੱਕੀ ਹੈ, ਫਰੋਜ਼ਨ ਹੈ, ਇਹਦੇ ਉੱਪਰ ਮੈਰਾਥਨ ਹੋਈ। ਤਾਂ ਇਹ ਕਿੱਥੇ ਹੋਈ ਹੋਊਗੀ? ਲਦਾਖ ਦੇ ਵਿੱਚ, ਆਪਾਂ ਨੂੰ ਪਤਾ ਹੀ ਹੈ। ਤਾਂ ਕਿਹੜੀ ਲੇਕ ਹੈ? ਪੈਂਗੋਂਗ ਤਸੋ ਲੇਕ, ਪੈਂਗੋਂਗ ਤਸੋ। ਜਿੱਥੇ ਵੀ ਨਾ ਤਸੋ ਵਰਡ ਆ ਗਿਆ, ਤਸੋ, ਤਾਂ ਉਹ ਆਂਸਰ ਤੁਸੀਂ ਲਦਾਖ ਟਿਕ ਕਰ ਦਿਓ। ਠੀਕ ਹੈ, ਕੁਝ ਵੀ ਪੁੱਛ ਲੈਣ, ਤਸੋ TSO ਵਰਡ ਆ ਗਿਆ, ਲਦਾਖ ਟਿਕ ਕਰ ਦਿਓ। ਤਾਂ ਇੰਡੀਆ ਦੀ ਪਹਿਲੀ ਫਰੋਜ਼ਨ ਲੇਕ ਮੈਰਾਥਨ ਕਿੱਥੇ ਹੋਈ ਹੈ? ਲਦਾਖ ਦੇ ਵਿੱਚ, ਪੈਂਗੋਂਗ ਤਸੋ। ਤੇ ਇਹਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵਰਲਡ ਹਾਈਐਸਟ ਫਰੋਜ਼ਨ ਲੇਕ ਮੈਰਾਥਨ ਦੇ ਵਿੱਚ ਰਿਕਾਰਡ ਦੇ ਵਿੱਚ ਸ਼ਾਮਿਲ ਕੀਤਾ ਗਿਆ। 4350 ਐਲਟੀਟਿਊਡ ਦੇ ਉੱਪਰ ਜਿਹੜੀ ਇਹ ਮੈਰਾਥਨ ਹੋਈ ਹੈ, 21 ਕਿਲੋਮੀਟਰ ਦੀ ਇਹ ਮੈਰਾਥਨ ਸੀ। ਅਗਲਾ, ਏਸ਼ੀਆ ਦੀ ਪਹਿਲੀ ਫਲੋਟਿੰਗ ਫੈਸਟੀਵਲ, ਇੰਪੋਰਟੈਂਟ ਹੈ, ਯਾਦ ਰੱਖਿਓ, ਗਾਂਧੀ ਸਾਗਰ ਫਲੋਟਿੰਗ ਫੈਸਟੀਵਲ, ਨਾਮ ਵੀ ਫੈਸਟੀਵਲ ਦਾ ਪੁੱਛ ਸਕਦਾ ਹੈ। ਏਸ਼ੀਆ ਦੀ, ਇੰਡੀਆ ਦੀ ਨਹੀਂ ਕਿਹਾ ਮੈਂ, ਏਸ਼ੀਆ ਦੀ ਪਹਿਲੀ ਫਲੋਟਿੰਗ ਫੈਸਟੀਵਲ ਗਾਂਧੀ ਸਾਗਰ ਫਲੋਟਿੰਗ ਫੈਸਟੀਵਲ ਕਿਹੜੀ ਸਟੇਟ ਦੇ ਵਿੱਚ ਮਨਾਈ ਗਈ? ਮੱਧ ਪ੍ਰਦੇਸ਼ ਦੇ ਵਿੱਚ। ਕਿਹੜੇ ਰੀਵਰ ਦੇ ਉੱਪਰ? ਚੰਬਲ ਰੀਵਰ ਦੇ ਉੱਪਰ। ਕਿਹੜੇ ਰੀਵਰ ਦੇ ਉੱਪਰ? ਚੰਬਲ ਰੀਵਰ ਦੇ ਉੱਪਰ। ਤਾਂ ਏਸ਼ੀਆ ਦੀ ਪਹਿਲੀ ਫਲੋਟਿੰਗ ਫੈਸਟੀਵਲ, ਤਾਂ ਯਾਦ ਰੱਖਿਓ ਆਪਣੇ ਕੋਲੇ ਗਾਂਧੀ ਸਾਗਰ ਫਲੋਟਿੰਗ ਫੈਸਟੀਵਲ ਮੱਧ ਪ੍ਰਦੇਸ਼ ਦੇ ਵਿੱਚ। ਅਗਲਾ ਆ ਗਿਆ ਸਲਾਲ ਹੈਮਾਨਾ ਏਰੀਆ। ਕਹਿੰਦੇ ਵੀ ਜਿਹੜਾ ਇਹ ਏਰੀਆ ਇਹ ਹੁਣੀ ਨਿਊਜ਼ ਦੇ ਵਿੱਚ ਰਿਹਾ, ਕਾਹਤੋਂ? ਇਹ ਕਿੱਥੋਂ ਦਾ ਏਰੀਆ? ਪਹਿਲਾਂ ਤਾਂ ਇਹ ਜੰਮੂ ਕਸ਼ਮੀਰ ਦੇ ਵਿੱਚ ਜਗ੍ਹਾ ਹੈ ਸਲਾਲ। ਦੇਖੋ ਸਲਾਲ ਇੱਕ ਡੈਮ ਵੀ ਹੈ, ਸਲਾਲ, ਠੀਕ ਹੈ, ਚਨਾਬ ਰੀਵਰ ਦੇ ਉੱਪਰ ਡੈਮ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ। ਤਾਂ ਸਲਾਲ ਹੈਮਾਨਾ ਏਰੀਆ ਜੰਮੂ ਐਂਡ ਕਸ਼ਮੀਰ ਦੇ ਵਿੱਚ ਆ। ਉਰੋਂ ਹੁਣ ਨਾ ਆਪਾਂ ਨੂੰ ਲਿਥੀਅਮ ਦੇ ਰਿਜ਼ਰਵਸ ਮਿਲੇ ਨੇ। ਹੁਣ ਤੱਕ ਆਪਾਂ ਲਿਥੀਅਮ ਜਿਹੜਾ ਉਹ ਲਿਥੀਅਮ ਬੈਟਰੀਜ਼ ਦੇ ਵਿੱਚ ਯੂਜ਼ ਹੁੰਦਾ ਹੈ ਨਾ, ਤਾਂ ਹੋਰ ਵੀ ਬਹੁਤ ਜਗ੍ਹਾ 'ਤੇ। ਤਾਂ ਲਿਥੀਅਮ ਆਪਾਂ ਨਾ ਬਾਹਰੋਂ ਐਕਸਪੋਰਟ ਕਰਦੇ ਸੀਗੇ, ਪਰ ਹੁਣ ਇੰਡੀਆ ਦੇ ਵਿੱਚ ਰਿਆਸੀ ਡਿਸਟ੍ਰਿਕਟ ਜੰਮੂ ਕਸ਼ਮੀਰ ਦੇ ਵਿੱਚ ਸਲਾਲ ਹੈਮਾਨਾ ਏਰੀਆ, ਉੱਥੋਂ ਆਪਾਂ ਨੂੰ ਲਿਥੀਅਮ ਦੇ ਰਿਜ਼ਰਵਸ ਮਿਲੇ ਨੇ। ਤਾਂ ਇੰਪੋਰਟੈਂਟ ਦੇ ਵਿੱਚ ਸੀ, ਨਿਊਜ਼ ਦੇ ਵਿੱਚ ਸੀ। ਅੱਗੇ ਆ ਗਿਆ MEE 2022 ਆਫ ਟਾਈਗਰ ਰਿਜ਼ਰਵ, ਮਤਲਬ ਮੈਨੇਜਮੈਂਟ ਇਫੈਕਟਿਵ ਐਵੈਲੂਏਸ਼ਨ, ਵੀ ਕਿਹੜਾ ਵਧੀਆ ਤਰੀਕੇ ਨਾਲ ਟਾਈਗਰ ਰਿਜ਼ਰਵਸ ਨੂੰ ਮੈਨੇਜ ਕਰ ਰਿਹਾ। ਉਹਦੇ ਲਈ ਇੱਕ ਇਹ ਆਪਣੇ ਕੋਲ ਰਿਪੋਰਟ ਆਈ ਸੀ, ਕਿਹਦੇ ਦੁਆਰਾ ਰਿਲੀਜ਼ ਕੀਤੀ ਗਈ ਰਿਪੋਰਟ? NTCA, ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ। ਤਾਂ ਉਰੇ ਜਿਹੜਾ ਪਹਿਲਾ ਫਸਟਲੀ ਕਿਹੜਾ ਟਾਈਗਰ ਰਿਜ਼ਰਵ ਨੂੰ ਡਿਕਲੇਅਰ ਕੀਤਾ ਗਿਆ, ਯਾਦ ਰੱਖਿਓ, ਪੇਰੀਆਰ ਟਾਈਗਰ ਰਿਜ਼ਰਵ। ਕਿੱਥੇ ਹੈ ਪੇਰੀਆਰ ਟਾਈਗਰ ਰਿਜ਼ਰਵ? ਕੇਰਲਾ ਦੇ ਵਿੱਚ। ਤਾਂ ਮੈਨੇਜਮੈਂਟ ਦੇ ਵਿੱਚ ਪਹਿਲੇ ਤੇ ਕਿਹੜਾ ਟਾਈਗਰ ਰਿਜ਼ਰਵ ਹੈ? ਪੇਰੀਆਰ ਟਾਈਗਰ ਰਿਜ਼ਰਵ, ਕੇਰਲਾ ਦੇ ਵਿੱਚ। ਤਾਂ ਜੇ ਟਾਈਗਰ ਰਿਜ਼ਰਵ ਦੀ ਗੱਲ ਕਰੀਏ ਤਾਂ ਆ ਵੀ ਨਿਊਜ਼ ਦੇ ਵਿੱਚ ਰਿਹਾ ਸੀ। ਜਿਹੜਾ ਲੇਟੈਸਟ ਇਸ ਟਾਈਮ ਕਿੰਨੇ ਟਾਈਗਰ ਰਿਜ਼ਰਵ ਨੇ ਇੰਡੀਆ ਦੇ ਵਿੱਚ? ਯਾਦ ਰੱਖਿਓ 54 ਨੇ। ਤੇ 54ਵਾਂ ਟਾਈਗਰ ਰਿਜ਼ਰਵ ਕਿਹੜਾ ਹੈ? ਰਾਣੀਪੁਰ ਟਾਈਗਰ ਰਿਜ਼ਰਵ UP ਦੇ ਵਿੱਚ। 53ਵਾਂ ਕਿਹੜਾ ਹੈ? ਗੁਰੂ ਘਾਸੀਦਾਸ ਟਾਈਗਰ ਰਿਜ਼ਰਵ ਛੱਤੀਸਗੜ੍ਹ ਦੇ ਵਿੱਚ। ਠੀਕ ਹੈ, ਤਾਂ ਯਾਦ ਰੱਖਿਓ 52ਵਾਂ ਰਾਜਸਥਾਨ ਦੇ ਵਿੱਚ ਸੀਗਾ, 54ਵਾਂ ਰਾਣੀਪੁਰ UP ਦੇ ਵਿੱਚ। 54ਵਾਂ ਤੇ 53ਵਾਂ ਤੁਸੀਂ ਪੱਕਾ ਯਾਦ ਰੱਖਣੀ ਹੈ। ਠੀਕ ਹੈ, ਇੱਕ ਟਾਈਗਰ ਸੈਂਸਸ ਵੀ ਹੁਣੀ ਹੋਇਆ ਸੀ, ਉਹ ਵੀ ਨਿਊਜ਼ ਦੇ ਵਿੱਚ ਸੀਗਾ। ਟਾਈਗਰ ਸੈਂਸਸ ਇੱਕ ਤਾਂ ਯਾਦ ਰੱਖਿਓ ਹਰ 4 ਸਾਲ ਬਾਅਦ ਹੁੰਦਾ। ਇਹ ਤੋਂ ਪਹਿਲਾਂ 2018 'ਚ ਹੋਇਆ ਸੀ, ਹੁਣ 2022 'ਚ ਹੋਇਆ। ਹਰ 4 ਸਾਲ ਬਾਅਦ ਟਾਈਗਰ ਸੈਂਸਸ ਹੁੰਦਾ। 2018 ਜਿਹੜੀ ਟਾਈਗਰ ਦੀ ਪੋਪੂਲੇਸ਼ਨ ਸੀ ਉਹ ਸੀ 2967, ਤੇ ਅੱਜ ਕਿੰਨੀ ਹੈ? 3167, ਮਤਲਬ 200 ਨਾਲ ਇਨਕਰੀਜ਼ ਕਰ ਗਿਆ। ਠੀਕ ਹੈ, ਯਾਦ ਰੱਖਿਓ, ਨੰਬਰ ਯਾਦ ਕਰਨਾ ਇੰਪੋਰਟੈਂਟ ਹੈ।
भी 2022 के सेंसस के अकॉर्डिंग टाइगर पॉपूलेशन कितनी है 3167। अगे आ गई एक अपने को एक्सरसाइज बाली कटन मिलटरी एक्सरसाइज, बाली कटान मिलटरी एक्सरसाइज। ये किहदे जी एक्सरसाइज हुई USA ते फिलीपीनस के, ठीक है। बाली कटान मिलटरी एक्सरसाइज किहदे कंडक्ट हुई USA ते फिलीपीनस के। डस्ट लिक आ देखो यू उरियों याद कर लो, यू तो मैं याद किया, यू उज्बेकिस्तान। जी डस्ट लिक एक्सरसाइज है किहदे है इंडिया ते उज्बेकिस्तान के, इंडिया ते उज्बेकिस्तान के। यू ते उज्बेकिस्तान, यू ते उत्तराखंड हुई भी कितने है उत्तराखंड के, पिथौरागढ़ उत्तराखंड के, ठीक है। डस्ट लिक एक्सरसाइज इंडिया उज्बेकिस्तान पिथौरागढ़ उत्तराखंड के। एक्सरसाइज आ गया तरकश आपने कोप इंडिया पढ़ी सी, कोप इंडिया कि इंडिया तो USA एयर फोर्सिस की एक्सरसाइज सी, ठीक है, जी अपने को वैस्ट बंगाल के हुई सी। एक्सरसाइज तरकश ये भी इंडिया तो USA के, पर यह स्पैशल फोर्सिस की एक्सरसाइज है, याद रखियो। इंडिया की NSG नैशनल सिक्योरिटी गार्ड तो USA की SOF स्पैशल ऑपरेशन फोर्सिस इन्हों के द्वारा कंडक्ट की गई। मतलब ये आर्मी की या एयरफोर्स की एक्सरसाइज नहीं, स्पैशल फोर्सिस अपनी इंडिया की NSG तो USA की SOF, ठीक है, याद रखियो। चेन्नई के जी एक्सरसाइज हुई सी एक्सरसाइज तरकश। अगे आ गया एक्सरसाइज सी ड्रैगन, ये भी इंपॉर्टेंट है। सी ड्रैगन किहदे द्वारा कंडक्ट की गई USA के द्वारा, ठीक है। जोड़ा USA है सी ड्रैगन कातों कंडक्ट करता है, देखो USA ना एक अलायंस बनाया हुआ भी आपने जेडे चाइना दे दुश्मन ने, दुश्मन आपस दोस्त होंगे ने, तो मतलब आपस दोस्त होणगे, तो वो एक अलायंस बनाया हुआ है जेडे कंट्रीज़ का काहदे वास्ते टू टैकल थ्रैट फ्रॉम चाइना एंड नॉर्थ कोरिया, चाइना तो नॉर्थ कोरिया टैकल करने वास्ते एक अलायंस बनाया गया। वो लिए एक्सरसाइज कंडक्ट की जाती है भी उन्होंने होर स्ट्रैंथन किया जाए, ठीक है। एक्सरसाइज सी ड्रैगन USA द्वारा। तो किहड़े पार्टिसिपेंट से USA, इंडिया भी है, याद रखियो, जापान, कनेडा, साउथ कोरिया, ठीक है। एक्सरसाइज सी ड्रैगन। अगे आ गया IXPE भी ये न्यूज़ के कि द्वारा यह जोड़ा बनाया गया। तो यह इनीशिएटिव कली नासा का नहीं, कली इटली स्पेस एजेंसी का नहीं, दोनों का कोलैबोरेशन है, नासा तो इटालीयन स्पेस एजेंसी, ठीक है, इटली की स्पेस एजेंसी द्वारा। इमेज एक्सरे पोलैरीमीटर एक्सप्लोरर ये है कि है, रिसर्चर्स ने ना ये मतलब स्टडीज़ की ने सुपरनोवास भी, सुपरनोवा एक्सप्लोजन हुई सी लगभग 450 साल पहला, उन्होंने स्टडी किया, ठीक है। तो याद रखियो इंपॉर्टेंट है IXPE नासा का तो इटली की स्पेस एजेंसी का, ठीक है। उदू बाद आ गया इंडिया का पहला हाईब्रिड साउंडिंग रॉकेट। देखो हाईब्रिड की होंदा है भी जेड़ा मतलब जिवें हुण ना हाईब्रिड गड्डियां आईयां ने भी वो बैटरी ते पेट्रोल ते दोनों ते चलदियां ने, भी जो स्पीड घट होंदी है उदों बैटरी ते जो स्पीड वध होंदी है, मान के चलो 30 तो स्पीड वध जाती है तो वो पेट्रोल कंज्यूम कर लगे। उवें ये हाईब्रिड है, हाईब्रिड मतलब जो मिक्सचर यूज़ करे, तो यह ना अपने को ये सॉलिड फ्यूल बर्न होगा इन कॉम्बीनेशन विद लिक्विड या गैसीयस ऑक्सीडाइजर। मतलब हाईब्रिड हो गया ना, कला सॉलिड की कॉम्बीनेशन होगी लिक्विड नाल या गैसीयस नाल, ठीक है। तो यह किहदे द्वारा लॉन्च किया गया, इंपॉर्टेंट है, आपको लगूगा भी ये इसरो द्वारा लॉन्च किया गया है ना, पर इसरो नहीं, मार्टिन फाउंडेशन इन एसोसीएशन विद डॉक्टर APJ अब्दुल कलाम इंटरनेशनल फाउंडेशन, ठीक है, एंड एक एंड स्पेस जोन इंडिया, तीन कोलैबोरेशन है। मेन मार्टिन फाउंडेशन, याद रखियो तुसी, इंडिया का पहला हाईब्रिड साउंडिंग रॉकेट किहदे द्वारा लॉन्च किया गया, मार्टिन फाउंडेशन इन एसोसीएशन विद, याद रखियो, डॉक्टर APJ अब्दुल कलाम इंटरनेशनल फाउंडेशन एंड स्पेस जोन इंडिया। हाईब्रिड रॉकेट्स मैं दस दिता भी ये सॉलिड फ्यूल इन कॉम्बीनेशन विद लिक्विड एंड गैसीयस ऑक्सीडाइजर, ठीक है। तो अज की क्लास लिए इन्ने करंट अफेयर बहुत ने, तो मैं ज़्यादातर वो करंट अफेयर कवर करवा रहा सूँ जोड़े तुहाडे पिछलियां वीडियोज़ दे विच रह गए सी, ठीक है। तो मैं सूँ अप्रैल तक के करंट अफेयर करवाउण की कोशिश कर रहा भी तुहाडे जिहड़ा 25 तरीक नूं एग्जाम है उदों पहला भी मैं सूँ अप्रैल तक के जोड़े भी मोस्ट इंपॉर्टेंट करंट अफेयर ने वो मैं कवर करवा दा। जिहड़ा अपने वीडियो सैशन शुरू किया होया वो अक्तूबर 2022 तो शुरू किया होया, तो तुहाडे कोले अप्रैल 2023 तक के करंट अफेयर पेपर तो पहला हो जाएंगे। पर मैं तुहानूं सजेस्ट करूँगा भी तुसीं मई के करंट अफेयर भी कितों ना कितों तुसीं करके जरूर जाओ, ठीक है। तो तुसीं इन्ना काम करना है, आ करंट अफेयर आपदे रिवाइज़ कर लो सारे, ठीक है। तो ये नोट्स ਜਾਂ सीधे नोट्स तुहानूं टैलीग्राम पर अपना चैनल ज्वाइन कर लो, ठीक है।
ਤੇ ਜਦ ਤੁਸੀਂ ਜੇ ਵੀਡੀਓਜ਼ ਦੇਖਣੀਆਂ ਨੇ ਤਾਂ ਮੈਂ ਤੁਹਾਨੂੰ ਆਖਿਆ ਵੀਡੀਓ ਰਿਵਰਸ ਆਰਡਰ ਦੇ ਵਿੱਚ ਦੇਖਿਓ, ਜਿਵੇਂ ਪਹਿਲਾਂ ਤੁਸੀਂ 28ਵੀਂ ਵੀਡੀਓ ਦੇਖੋ, ਠੀਕ ਹੈ, ਫਿਰ 27ਵੀਂ ਦੇਖੋ, ਫਿਰ 26ਵੀਂ ਦੇਖੋ। ਕਈ ਵਾਰ ਮੰਨ ਕੇ ਚਲੋ ਤੁਸੀਂ ਕਿਤੇ ਟਰੈਵਲ ਕਰਦੇ ਹੋ ਨਾ, ਬੱਸ ਦੇ ਵਿੱਚ ਜਾ ਕੇ ਲਾ ਲਿਆ ਕਰੋ ਹੈ ਨਾ, ਤਾਂ ਐਵੇਂ ਸਪੀਡ ਫਾਸਟ ਕਰਕੇ ਤੁਸੀਂ ਦੇਖ ਲਿਆ ਕਰੋ, ਤੁਹਾਡੇ ਵੀਡੀਓ ਦੇਖਣ ਸਾਰੀ ਰਿਵਾਈਜ਼ ਹੋ ਜਾਣਗੇ, ਠੀਕ ਹੈ। ਤਾਂ ਜੋ ਹੋਰ ਇੰਪੋਰਟੈਂਟ ਕਰੰਟ ਅਫੇਅਰ ਹੈਗੇ ਅਪ੍ਰੈਲ 2023 ਤੱਕ ਦੇ, ਉਹ ਵੀ ਮੈਂ ਤੁਹਾਨੂੰ ਕਵਰ ਕਰਵਾ ਦੂੰਗਾ 1-2 ਕਲਾਸਾਂ ਹੋਰ ਦੇ ਵਿੱਚ, ਠੀਕ ਹੈ। ਤਾਂ ਉਮੀਦ ਕਰਦਾ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਈ ਹੋਗੀ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਨਾਲ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਹਜੇ ਤੱਕ ਨਹੀਂ ਕੀਤਾ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਨਾਲ। ਥੈਂਕ ਯੂ, ਹੈਵ ਅ ਨਾਈਸ ਡੇ।